ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆ ਭਾਗਣ ਵਾਲੇ ਹੋ। ਅੱਜ ਸੁਭਾਗ ਸਮਾਂ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਸਾਧ ਸੰਗਤ ਜੀ 1526 ਬਿਕਰਮੀ ਨੂੰ 3 ਵਿਸਾਖ ਸੰਗਰਾਂਦੀ ਗੁਰੂ ਮਹਾਰਾਜ ਸਵਾ ਪਹਿਰ ਦੇ ਤੜਕੇ ਬਾਸਰ ਕੇ ਨਗਰ ਵਿੱਚ ਬਾਬਾ ਤੇਜ ਭਾਨ ਜੀ ਮਹਾਰਾਜ ਦੇ ਪਿਤਾ ਦਾ ਨਾਮ ਸੀ ਅਤੇ ਮਾਤਾ ਸਾਹਿਬ ਜੀ ਦਾ ਨਾਮ ਰੂਪ ਕੌਰ ਸੀ, ਦੂਸਰਾ ਨਾਮ ਮਾਤਾ ਲక్ష్ਮੀ ਜੀ ਸੀ। ਇਹ ਦੋ ਨਾਮ ਮਾਤਾ ਸਾਹਿਬ ਦੇ ਸਨ। ਇਸ ਮਾਤਾ ਦੀ ਕੁੱਖ ਨੂੰ ਸਫਲਾ ਕਰਨ ਵਾਸਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਅੰਦਰ ਅਵਤਾਰ ਧਾਰਿਆ। ਹੋਰ ਵੀ ਆਪਦੇ ਭਰਾਤਾ ਸਨ, ਜਿਸ ਦਾ ਨਾਮ ਈਸ਼ਰ ਦਾਸ ਸੀ, ਜਿਹਦੇ ਪੁੱਤਰ ਭਾਈ ਗੁਰਦਾਸ ਸਾਹਿਬ ਜੀ ਹੋਏ ਸਨ, ਅਤੇ ਹੋਰ ਵੀ ਦੂਸਰਾ ਭਰਾਤਾ ਸੀ। ਹੋਰ ਇੱਕ ਇਸ ਪ੍ਰਕਾਰ ਭਰਾ ਸਨ, 3 ਭਰਾਤਾ ਸਨ। ਤਿੰਨਾਂ ਭਰਾਵਾਂ ਦੇ ਵਿੱਚੋਂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਸ ਜੀ ਜਗਤ ਗੁਰੂ ਸ੍ਰੀ ਖਡੂਰ ਸਾਹਿਬ ਵਿੱਚ ਨਿਵਾਸ ਕਰਦੇ ਸਨ। ਆਪ ਜੀ ਦੇ ਪਰਮ ਪਵਿੱਤਰ ਗ੍ਰਹਿ ਵਿੱਚ 2 ਸਾਹਿਬਜ਼ਾਦੇ ਸਨ, ਇੱਕ ਬਾਬਾ ਦਾਤੂ ਜੀ, ਇੱਕ ਬਾਬਾ ਦਾਸੂ ਜੀ, ਅਤੇ ਇੱਕ ਪੁੱਤਰੀ ਸੀ ਸਤਿਗੁਰਾਂ ਦੀ ਬੀਬੀ ਅਮਰੋ ਜੀ, ਜਿਸ ਦਾ ਨਾਮ ਸੀ। ਇਹ ਬੀਬੀ ਅਮਰੋ ਜੀ ਦੀ ਸ਼ਾਦੀ ਬਾਸਰ ਕੇ ਨਗਰ ਵਿੱਚ ਹੋਈ ਸੀ। ਗੁਰੂ ਅਮਰਦਾਸ ਸਾਹਿਬ ਦੇ ਭਤੀਜੇ ਦੇ ਨਾਲ ਇਸ ਬੀਬੀ ਦੀ ਸ਼ਾਦੀ ਹੋਈ ਸੀ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਵਕਤ ਇਸ ਤਰ੍ਹਾਂ ਅਵਤਾਰ ਧਾਰਨ ਕੀਤਾ, ਆਪਦੇ ਚਰਨਾਂ ਕਮਲਾਂ ਸਾਧ ਸੰਗਤ ਜੀ ਪਦਮ ਸੀ। ਜਿਸ ਪ੍ਰਕਾਰ ਵਿਸ਼ਨੂੰ ਭਗਵਾਨ ਦੇ ਚਰਨਾਂ 'ਚ ਪਦਮ ਹੈ, ਇਸੇ ਪ੍ਰਕਾਰ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਕਮਲਾਂ 'ਚ ਪਦਮ ਸੀ। ਅਤੇ ਉਸ ਪਦਮ ਦੇ ਸਹਿਤ ਜਿਵੇਂ 52 ਅਵਤਾਰ ਛੋਟਾ ਜਿਹਾ ਰੂਪ ਧਾਰਿਆ ਸੀ, ਐਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਾਲਕ ਅਵਸਥਾ ਦੇ ਵਿੱਚ ਮਧਰੇ ਕੱਦ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਸਨ। ਆਪ ਜੀ ਦੇ ਚਰਨਾਂ ਕਮਲਾਂ 'ਚ ਪਦਮ ਸੀ। ਜਿਵੇਂ ਕ੍ਰਿਸ਼ਨ ਭਗਵਾਨ ਬਾਬਤ ਕਿਹਾ ਚਰਨ ਕਮਲ ਵਿੱਚ ਪਦਮ ਹੈ, ਝਿਲਮਿਲ ਝਲਕੇ ਬਾਂਗੀ ਤਾਰੇ, ਇਹ ਆਪਦੇ ਸੱਜੇ ਚਰਨ ਵਿੱਚ ਪਦਮ ਸੀ। ਸਾਧ ਸੰਗਤ ਜੀ ਉਹ ਕਮਲ ਚਮਕਦਾ ਸੀ, ਜਿਵੇਂ ਤਾਰਾ ਚਮਕਦਾ ਹੁੰਦਾ ਹੈ, ਇਸ ਪ੍ਰਕਾਰ ਆਪਦੇ ਚਰਨਾਂ ਦੇ ਅੰਦਰ ਕਮਲ ਚਮਕਾਰਾ ਮਾਰਦਾ ਸੀ। ਆਪ ਜੀ ਨੂੰ ਮਾਤਾ ਪਿਤਾ ਦੀ ਆਗਿਆ ਦੇ ਵਿੱਚ ਰਹਿੰਦਿਆਂ ਹੋਇਆਂ, ਪਿਤਾ ਤੇਜ ਭਾਨ ਜੀ ਸਨ ਇਹਨਾਂ ਦੇ, ਉਹਨਾਂ ਦੀ ਆਗਿਆ 'ਚ ਰਹਿੰਦਿਆਂ ਹੋਇਆਂ ਆਪ ਖੇਤੀ ਦਾ ਵਿਹਾਰ ਕਰਿਆ ਕਰਦੇ। ਛੋਟੇ ਹੁੰਦੇ ਖੇਤੀ ਦੇ ਕੰਮ ਵਿੱਚ ਲੱਗ ਗਏ। ਖੇਤੀ ਕਰਦਿਆਂ ਇਸ ਪ੍ਰਕਾਰ ਸਮਾਂ ਆਪ ਜੀ ਦੀ ਸ਼ਾਦੀ ਹੋਈ। ਸ਼ਾਦੀ ਸਾਧ ਸੰਗਤ ਜੀ ਪਿੰਡ ਖੇਮਕਰਨ ਨਗਰ ਅੰਦਰ ਮਾਤਾ ਰਾਮੋ ਜੀ ਗੁਰੂ ਸਾਹਿਬ ਦੇ ਮਹਿਲ ਹੋਏ। ਮਾਤਾ ਰਾਮੋ ਜੀ ਦੇ ਨਾਲ ਸ਼ਾਦੀ ਹੋਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ। ਆਪ ਜੀ ਬਾਸਰ ਨਗਰ ਦੇ ਸ਼ਾਦੀ ਦੇ ਸਹਿਤ ਜਦੋਂ ਮਾਤਾ ਦੇ ਸਮੇਤ ਆਏ, ਇੱਥੇ ਰਹਿੰਦਿਆਂ ਹੋਇਆਂ ਪਿਤਾ ਦੀ ਆਗਿਆ ਵਿੱਚ, ਮਾਤਾ ਪਿਤਾ ਦੇ ਪ੍ਰੇਮ ਵਿੱਚ ਰਹਿੰਦਿਆਂ ਹੋਇਆਂ ਸਮਾਂ ਕੁਝ ਬਤੀਤ ਕੀਤਾ। ਬਾਬਾ ਤੇਜ ਭਾਨ ਜੀ ਪਰਲੋਕ ਗਮਨ ਕਰ ਗਏ। ਮਾਤਾ ਸਾਹਿਬ ਵੀ, ਮਾਤਾ ਲక్ష్ਮੀ ਜਾਂ ਰੂਪ ਕੌਰ ਜਿਹਨਾਂ ਦਾ ਨਾਮ ਸੀ, ਉਹ ਵੀ ਚੜ੍ਹਾਈ ਕਰ ਗਏ। ਉਦੋਂ ਬਾਅਦ 3 ਭਰਾਵਾਂ ਨੇ ਖੇਤੀ ਕਰਨੀ ਸ਼ੁਰੂ ਕੀਤੀ। ਖੇਤੀ ਕਰਦਿਆਂ ਹੋਇਆਂ ਸਾਧ ਸੰਗਤ ਜੀ 50 ਸਾਲ ਦੀ ਆਪ ਦੀ ਉਮਰ ਹੋ ਗਈ। ਹਮੇਸ਼ਾ ਲਈ ਇੱਕ ਜਗ੍ਹਾ ਬਣਾਈ ਸੀ ਇਕਾਂਤ। ਹਲ ਵਾਹਿਆ ਆਉਣਾ ਗੁਰੂ ਅਮਰਦਾਸ ਜੀ ਨੇ, ਫਿਰ ਇਕਾਂਤ ਬੈਠ ਕੇ ਸਮਾਧੀ ਲਾ ਕੇ ਭਜਨ ਕਰਨ ਲੱਗ ਜਾਣਾ। ਉਹ ਜਿਹੜਾ ਸੰਨ ਸਾਹਿਬ ਗੁਰਦੁਆਰਾ ਸਾਹਿਬ ਹੈ, ਉੱਥੇ ਮਹਾਰਾਜ ਸਾਹਿਬ ਪਹਿਲੀ ਅਵਸਥਾ 'ਚ ਉੱਥੇ ਉਹ ਆਪਦੇ ਖੇਤ ਵਿੱਚ ਹੀ ਜਗ੍ਹਾ ਸੀ। ਉਸ ਖੇਤ ਵਿੱਚ ਮਹਾਰਾਜ ਸਾਹਿਬ ਤਪੱਸਿਆ ਕਰਿਆ ਕਰਦੇ। ਹਲ ਤੋਂ ਬਾਹਰ ਬਾਅਦ ਆ ਕੇ ਉੱਥੇ ਬੈਠ ਕੇ ਭਜਨ ਕਰਿਆ ਕਰਦੇ। ਇਹ ਸਮਾਂ ਆਪਦਾ ਕੁਝ ਬਤੀਤ ਹੋਇਆ। ਜਦੋਂ ਫਿਰ ਆਪ ਜੀ ਦੇ ਅੰਦਰ ਐਸੀ ਲਗਨ ਲੱਗੀ, 50 ਸਾਲ ਦੀ ਉਮਰ ਹੋਇਆ, ਸਾਰੇ ਪਰਿਵਾਰ ਨੂੰ ਸਭ ਕੁਝ ਸੌਂਪ ਦਿੱਤਾ। ਅਤੇ ਆਪ ਜੀ ਦੇ ਸੁਪੁੱਤਰ 2 ਹੋਏ, ਵੱਡਾ ਬਾਬਾ ਮੋਹਨ ਜੀ ਅਤੇ ਛੋਟੇ ਗੁਰੂ ਸਾਹਿਬ ਦੇ ਮੋਹਰੀ ਜੀ, ਅਤੇ 2 ਬੀਬੀਆਂ ਹੋਈਆਂ। ਇੱਕ ਦਾ ਨਾਮ ਬੀਬੀ ਦਾਨੀ ਜੀ, ਦੂਸਰੀ ਬੀਬੀ ਦਾ ਨਾਮ ਬੀਬੀ ਭਾਨੀ ਜੀ। ਇਹਨਾਂ ਬੀਬੀਆਂ ਦਾ ਜੋ ਨਾਤਾ ਹੋਇਆ ਸੀ, ਉਹ ਬੀਬੀ ਦਾਨੀ ਜੀ ਦਾ ਜਿਹੜਾ ਨਾਤਾ ਸੀ, ਉਹ ਭਾਈ ਰਾਮਾ ਸੀ ਉਸ ਦਾ ਨਾਮ, ਉਸ ਦੇ ਨਾਲ ਸਾਕ ਹੋਇਆ ਸੀ, ਉਹਦੇ ਨਾਲ ਬੀਬੀ ਦਾ ਆਨੰਦ ਕਾਰਜ ਹੋਇਆ ਸੀ। ਦੂਸਰੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੀ ਬੀਬੀ ਭਾਨੀ ਦਾ ਉਹਨਾਂ ਦੇ ਨਾਲ ਸੰਬੰਧ ਹੋਇਆ ਸੀ। ਇਸ ਪ੍ਰਕਾਰ ਦੋਹਾਂ ਬੀਬੀਆਂ ਦੀ ਸ਼ਾਦੀ ਹੋਈ ਸੀ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਸਾਰੇ ਪਰਿਵਾਰ ਦੇ ਸਮੇਤ ਹੁੰਦਿਆਂ ਬਾਸਰ ਕੇ ਨਗਰ ਚੋਂ 50 ਸਾਲ ਦੀ ਅਵਸਥਾ ਹੋਣ ਤੋਂ ਬਾਅਦ
ये परण कर लिया भी 6 महीने तीर्थ यात्रा करा करनी है, 6 महीने आके घर च रहा करने। इस प्रकार महाराज साहब तीर्थ यात्रा वास्ते पैदल चल पिया करन ते रस्ते दे विच किसे दे घर दा अन्न नहीं खाना, अपने पास ही खाण पीण वास्ते लै जाना। यूँ तीर्थ यात्रा करके वापस आके हरिद्वार हमेशा लिए जाना 6 महीने बाद। क्यों महाराज साहब जी 19 वार साध संगत जी गंगा जी गए, गंगा जी स्नान करके हमेशा वापस आउंदे उन्हां व्रत आदि रखने ते परमेश्वर नूं आराधना कहे परमेश्वर सानू आप दी प्राप्ति होवे। इस प्रकार जो 19 वार महाराज साहब सच्चे पातशाह गए, 20वीं वार जो हरिद्वार तो आ रहे सन आप रस्ते विच एक ब्रह्मचारी आप जी नूं मिलिया। ब्रह्मचारी दे नाल मिल के महाराज जदों आउण लगे, एक दुर्गा नामे ब्राह्मण सी, वो रस्ते दे विच एक थां विच आया गया जातियों वास्ते सराम बनाई सी उसदी, वो ब्राह्मण उत्थे रहा करदा। सतगुरु सच्चे पातशाह जी लेटे हुए सन, लेटिया नूं वेख के कोले आके ब्राह्मण बैठ गया। महाराज चरनां 'च पद्म चमकदा पद्म वेख के कहण लगा कि ये जां तां विष्णु भगवान दे हुंदा है जां कोई चक्रवर्ती पातशाह ओहदे हुंदा है। इन्हां दे वो प्रताप कोई नज़ारा नहीं इस वक्त आ रहा। की कारण है जिहड़ा महाराज साहब दे पद्म है चरनां 'च, ਇਹਦਾ फल जरूर मिलना चाहिए, जे अगे नहीं मिले तो अगाह नूं मिलेगा। इस ख्याल में बैठा ब्राह्मण महाराज चरणों की रेखा नूं वेख रहा है। सतगुरु साहब जी लेटे हुए बराजे हुए उठे, चरण वाले जो प्यारे ब्राह्मण को दान देन लगे। वो कहन लगा महाराज हुण नहीं मैं दान लेना, उदों दान लवांगा जदों तुहाडे चरणों की पद्म है जो फल प्रगट होवे। सतगुरु महाराज साहब जी इस तरह ब्राह्मण तो सुन के उत्थे चल पे। ब्रह्मचारी भी नाल ही तुरिया आउंदा है। 20वीं यात्रा करके महाराज नगर च आए। वो ब्रह्मचारी का इन्ना महाराज नाल मिलाप हो गया, वो प्रेम के नाल सतगुरां दे बासर के नगर च घर च ही आ गया। इत्थे घर च आए, कोठे दे उत्ते आसन लगे हुए है, ब्रह्मचारी बैठा है। गुरु साहब उन्होंने सेवा अन्न पानी भी कीती। वो कोई प्रसंग चल पिया ऐसा, कहन लगा जी तुहाडा गुरु कौन? उस वेले महाराज गुरु अमरदास जी ने कहा भी गुरु अजे असीं धारण नहीं किया, गुरु धारण की तलाश विच है। ये गल सुन के ब्रह्मचारी ने बड़ा दुख मनिया। कहन लगा ओहो मैं तुसीं निगुरे हो, साडी संगत करदा रहा, तुहाडे हत्थों अन्न पानी खांदा रहा, मेरा जप तप किया सारा बिरान हो गया। दुखी हो के रिहा नहीं, हो उस वेले चलिया गया रात में घर चों। महाराज सानू बड़ा पछतावा लगा कि देखो गुरु ते हीने होने करके किन्नी हालत ढिली है। उस वे आपकी ये लिव लग गई कि गुरु जरूर धारना चाहिए। फिर चित में ख्याल किया कि गुरु किनू धारिए। इस ख्याल में लग्या हुआ महाराज साहब जी रात को सुते नहीं, सारी रात विराग करते रहे, जागते बैठे रहे। उस वेले बीबी जी गुरु अंगद साहब जी की पुत्री बीबी अमरवईये के भतीजे को ब्याही से इन्हों दियां नूं, वो बीबी ने तड़के उठी, सवा पैर से तड़के उठ के इशनान किया, इशनान करके आपका नितनेम किया। फिर हौली हौली घर दे विच बैठी दुध रिड़कण लगी है ते कीर्तन करती है। कीर्तन करती हुई ये शब्द गाउंदी है कि हर बिसर तेरे गुण गलिया, चित चेत कीनी बावरिया, जाली रहन जालतन हुआ, जेती घड़ी फाही तेती, रंग चौक चुगन फासे, छूट समूढ़े कवर गुणी। इस प्रकार दी तुकां बीबी गाउंदी है। गुरु अमरदास साहब नूं ठंड पै गई वो तुकां सुनन तो। महाराज साहब जिन्ना चिर नेरा रहा उन्ना चिर ओले खड़े उस बीबी तो वो पाठ सुनते रहे शब्द का। तो फिर महाराज पास आ गए, दिन चढ़े, चानन होए तो कहने लगे बीबी ये शब्द फिर पढ़ के सुनाओ। बीबी ने पहला तो संकोच किया, फिर इन्होंने बजुर्गों की आग्ञा मन के बीबी जी ने गा के सुनाया। कहने लगी बीबी ये शब्द जो साढ़े मन की हालत दसी है, भया मनूर कंचन फिर होवे, जे गुर मिले तनेहा, एक नाम अमृत हो देवे तो नानक कृष्ण देहा, ये साड़ी हालत कही है, ये किन्हां नूं उचारिया होया है। उस वेले कहा बीबी ने सतगुरु नानक देव महाराज साहब का शब्द उचारण किया होया है। कहने लगे साडे पिता की हजूरी विच ये हमेशा नहीं इसका कीर्तन गाया जाता है। वो मैं हजूरी जो कीर्तन गाया जाता है वो मैं कंठ किए हुए शब्द है, इस करके मैं अमृत वेले इन्हां दा कीर्तन करदी ते पाठ करदी है। सुन के गुरु नानक साहब के दर्शनों बाबत तांग की गुरु अमरदास साहब ने। महाराज माता बीबी जी कहने लगे महाराज वो तो ज्योति जो समा गए, सचखंड चले गए है, उन्होंने साढ़े पिता जी को गुरता गद्दी बख्शी है गुरु अंगद साहब ने। वो खंडूर साहब च निवास करते हैं। ये कहने लगे बीबी जी उन्होंने मैनू दर्शन कराओ।
बीबी ने कहा कि महाराज यूँ बेनती है, सतगुरु सच्चे पातशाह साडे पिता की आग्या है कि बीबी जिन्ना चिर असीं ना बुलाईए उन्ना चिर सहुरे घर चों वापस नहीं आउणा, अते जदों आ जाओ जिन्ना चिर ना भेजीए उन्ना चिर आपों नहीं जाना। ये आग्या है। पर आप जी का एक कार्य में महाराज ने जो बेनती की गुरु अमरदास साहब ने, उस वे बीबी ने तैयारी की डोले लैके हौली हौली खडूर साहब इत्थे आई ते गुरु अमरदास जी ने बाहर बिठाया कि महाराज का रुख वेख के महाराज फिर सदांगी। बीबी जो घर च आके मिली, महाराज नूं नमस्कार की। सच्चे पातशाह कहने लगे बीबी बुलाए तो बिना क्यों आई है। ये जब बचन गुरु अंगद साहब ने कहे तो फिर ये बचन कहा दूजा भी जिन्होंने नाल लियाई उन्होंने बाहर क्यों छड्डिया ही नहीं। उस वे सतगुरां की प्रसन्नता जान के बीबी ने गुरु अमरदास साहब जी ने आदमी भेज के बुला लिया। महाराज गुरु अमरदास साहब सच्चे पातशाह जी बीबी अमर दे सहुरे दे भराता सनगे, पत्योरे लगते सन बीबी दे। गुरु महाराज साहब साख जान करके आप गुरु अंगद साहब संसारी मर्यादा जान के इनू भुजा पसार के मिलना चाहा। गुरु अमरदास साहब सच्चे पातशाह जी ने महाराज साहब के चरण पकड़ ले कि महाराज मैं तो आपके दासां दा दास हाँ, मैं आपके गल नाल नहीं लग सकता। उस वे गुरु अंगद साहब सच्चे पातशाह जी ने प्यार किया, इन्हों बैठा सत्कार कराया। सत्कार करने तो बाद इन्होंने बेनती की कि महाराज आपकी सिक्खी लैण वास्ते मैं आपके चरणा चाहे। गुरु महाराज साहब सच्चे पातशाह जी ने उस वे अमृत रूप उपदेश बख्शिया। उपदेश देख के सच्चे पातशाह ने आग्या की कि आ 2 दिन बैठे रहे दीवान में, जो दीवान सजा करे उदों कीर्तन सुनिया करने, सतगुरां दे उपदेश सुनिया करने। फिर कहा जी मैनू कोई सेवा बख्शो। सतगुरु महाराज साहब ने कोई आग्या ना सेवा की की। फिर लांगड़ियां अगे बेनती की कि महाराज मैनू कोई सेवा बख्शो। लांगड़ियां ने कहा कि तुसीं जल की सेवा करया करो। उस वे महाराज जिन्ना जल च लोड़ पिया हो जल की पिया करे लोड़, उन्ना जल लंगर वास्ते लिया के देना। ये बीबी अमरो जी के नाम से खूह है जिहड़ा महाराज साहब के स्थान में लगा होया है, जो जिथे महाराज साहब ज्योति जोत समाए है। वो गुरुद्वारा साहब अंगीठा साहब जी का उत्ते नाम लिखा हुण वो श्री दरबार साहब है महाराज का, गुरु अंगद साहब का। उसके अगे जो खूह है वो बीबी अमरो जी के नाम से बीबी जी ने सेवा करवाई सी खूह की, इस करके उस खूह का नाम बीबी अमरो जी का खूह है। उस खूह तो लंगर की जिन्नी सेवा होया करे जल की गुरु अमरदास साहब भर के लिया कर। ਅਤੇ फिर सिख इशनान करवाने वाले ਜਿਹੜੇ सन भाई जीवा जी महाराज ਦੇ, ਉਹਨਾਂ ਨੂੰ ਕਿਹਾ ਕਿ ਸਾਨੂੰ इशनान की सेवा गुरु साहब की दे दे। महाराज साहब गागर हमेशा लिए ब्यासा विचों मंगवा के इशनान करया करते। इस प्रकार महाराज ने वो सेवा गुरु अमरदास साहब ने वो सिख जीवे तो ले ली। रोज़ गागर भर के लियानी, ब्यासा तो सवा पैर के तड़के गुरु साहब इशनान करया करते। पहली रात ही जाके गागर भर के वेखो गोंदवाल साहब के पासों 6 मील है तकरीबन, इतों उतों ब्यासा चो भर के गागर लियानी तो जप साहब का पाठ करते आना। इस प्रकार महाराज साहब सच्चे पातशाह की सेवा करते। तो गरीब नवाज जी 1 साल जो सेवा हो गई होया, साल तो बाद 1.5 गज रमाल आप जी ने सिरों पा बख्शिया। वो सतगुरां दा सिरों पाव जान के महाराज सीस उत्ते सजा लेंगे। इस प्रकार महाराज साहब जी ने 11 साल सेवा की पूरी। हमेशा ਲਈ बराजना छड़ दिता, दुनिया नाल गलबात छड़ दी, किसी नाल बचन नहीं करते। संगत विचों जो भोजन मिलता छक के पंगत च बैठ के सेवा में हर वक्त लगे रहंदे है। श्री जप साहब के 84 पाठ हमेशा लिए करते हैं। ये जो थड़ा साहब बनया ना गुरु अमरदास साहब का उरले पासे, उस स्थान से बैठ के महाराज साहब जो सेवा तो वेले होंगे इत्थे बैठ के सेवन करया करते। इस प्रकार समा गुजर गया। जदों 11 साल सेवा करदे उन्होंने हो गए, हथों में साध संगत जी पानी के नाल बहुत सारे जख्म हो गए, अटन पै गए। इस प्रकार चरणों के जख्म हो गए, पर कोई परवाह नहीं करते। सिर में चांदी पै गई, जल ढोंदियां ढोंदियां वो दस्तार शीश के उत्ते गुरु साहब दिते 11 रमाल शीश से जाके मुकट वांगू उत्ते रख के सेवा करी जाते हैं। इवें जो सेवा करते हो सतगुरु महाराज साहब जी को 11 साल हो गए। तो साध संगत जी वो दिहाड़ा आया 12वें साल का। गुरु महाराज साहब की उम्र उस वे जो सेवा जाए 71 साल की उम्र लिखा हुआ है, सवैया च आता है कि 71 साल की उम्र पूरी होगी। 72वां चढ़िया सी जिस वक्त महाराज साहब सेवा च लगे है। इस प्रकार 84 साल तक
महाराज साहब जी ने सेवा की, बिरध अवस्था च होंदे होया सेवा अही जी की, नौजवान भी कोई नहीं कर सकते। ऐसी सेवा सतगुरु जी ने की। हर वक्त सेवा तत्पर रहना, लोगों ने किसी मखौल करने भी ये कुड़मां दे घर आके रहिंदे है, कोई किसी की गल की परवाह नहीं करनी, हर वक्त सेवा च मस्त रहना, सिमरन करते रहना। इस प्रकार समा जो गुजर गया, सतगुरां विच ताकतां हो आईयां, कुछ वो शक्तियां हो आईयां। शक्तियां दे समेत जो हो गए फिर भी अजर जर के रखते हैं, गुरु साहब की आग्या च ही रहिंदे हन। एक दिन की गल है, जदों 11 साल सेवा करदे होए 12वां साल चढ़िया, उस वक्त साध संगत जी बरखा बहुत पै रही सी। सवा पैर के तड़के महाराज साहब गागर जल्दी ले आ रहे सी। रस्ते दे विच जिथे जिथे महाराज गागर आराम कर देंदे सी, और राह च दमदमा साहब गुरुद्वारा बनया हुआ है, जो गोंदवाल साहब तो कोह ते उरे है, उत्थे महाराज साहब गागर रख के कोई आराम करया करदे। उदों बाद फिर इत्थे पुज्या करदे स्नान के वक्त। जिस वक्त महाराज साहब गागर ले आ रहे सी, ये जलाहे का इत्थे घर सी, ये बहुत मीह पिया होया सी, पानी खड़ा सी, उत्तों बरखा हो रही सी। आप गागर चक्की आ रहे है, चक्की आउंदे ने गागर पैर तिलकदे जांदे है, घबो घबो के अंगूठे अगे तुरदे हौली हौली। 84 साल की अवस्था है आप जी की। इस हालत विच महाराज साहब दे गागर चक्की हुई है। गागर चक्की आउंदे जदों इत्थे ये जलाहे का इत्थे कीला सी ताणी बुणन वाला, जिहड़ा करीब साध संगत जी हरा होया संगतां जो गुरु के बाग का मोर्चा सी, उस वेले 10 दर्शन कीते सी, उदों हरा सी ये करीब। इस दे विच फल लगदे सी, उस वेले पत्ते फल आदि संगतां मूँह दे विच पाउंदियां सी आम पवित्र समझण वास्ते। उदों बाद आपकी उम्र पूरी करके सुक्या है। ये जिहड़ा करीर सी महाराज के चरणों नाल लग के, जिस वेले गुरु अमरदास साहब जी इत्थे आए, ये कीला सी एक करीर का, वो कीले दे नाल सतगुरु जी का बिरध अवस्था च चरण लगा। लगन तो महाराज तिलक गया शरीर, तिलकन तो कुंबड़ सी जलाहे की इत्थे खड्डी, जिस विच बैठ के टाणी बुनिया करदा, उस विच बिरध शरीर समेत महाराज जी गिर पे। जिस वे डिगे बड़ा भारी खड़का होया, पानी की भरी हुई सी वो कुंबड़ जिहड़ी सी। उस वक्त महाराज साहब ने गागर नहीं डुलण दी, साहब के रखी गागर कि महाराज के इशनान च फर्क ना पै गई। उधर गुरु साहब मलखाड़ा साहब जिहड़ा स्थान है, इत्थे महाराज साहब बाहर संगतां दी रौनक करके निवास रखा करदे। पहले 6 महीने महाराज साहब जी माई सवराई के गुरुद्वारे साहब समाधि ला के बैठे रहे सन। संगतां दी रौनकां करके इत्थे महाराज साहब का निवास वाला थां सी। उस जगह सच्चे पातशाह जी परड़े पे आके खड़ गए सन। इशनान का टाइम होया जान के इधर गुरु अमरदास साहब जी जो कुंभड़ च डिगे, उस वे खड़का होया तो जुलाही बोली कि कौन है। जुलाहा बोलिया कौन है। ये जुलाही कहती उस महाराज ने कहा गुरु के सिख हैं। गुरु अमरदास जी ने कहा, ये जुलाहा कहता कौन सिख। इन जुलाही ने कहा अमरू नथावा होना। ये कुवाक कहे। महाराज साहब ने कहा मेरे नथावा तो थां गुरु अंगद साहब जी हाँ, मैं गुरु वाला हाँ, तू मैनू नथावा दसिया तू कमली है, गुरु नथाविया का थां है। ये जो बचन कहे वो जुलाही कमली हो गई। उस वे आप गागर संभाल के हौली हौली आ गए तो परड़े ते खड़े गुरु साहब ने, गुरु अंगद साहब जी ने बचन सुन ले। इशनान आप जी का करा दिता। इशनान कराने तो बाद महाराज समाधि ला के बैठे गुरु अंगद साहब जी। गुरु अमरदास साहब सच्चे पातशाह खड़े आए थां आके उस तरह सिंगन की गए। जो दिन चढ़िया उस वे गुरु महाराज साहब ने गुरु अमरदास साहब ने बुलाया कि पुरखा थानू रात ये जुलाहे ते जुलाही ने की कहा सी। कहने लगे महाराज सानू की कहना सी। फिर जुलाहे नू महाराज साहब ने बुलाया। जुलाही ते जुलाहा दोवें जदों आए, वो जुलाही कमड़ी हो गई, लीड़े पाड़ी जावे, न्याणियां नू पाड़ पाड़ के सिटी जावे। उस वे जुलाहे ने महाराज साहब के पास फड़ के लियांदी ते दर्शन करना गुरु अंगद साहब दे राजी हो गए। जिस वक्त राजी हो गई, कहने लगा महाराज थोड़े सेवक ने ये मेरी जुलाही कमड़ी कर दी है, थोड़े दर्शन करके महाराज हुणे राजी हुई है। सुन के महाराज ने कहा भाई ये गुरु का थां हो गया, इत्थे ना तुसीं हुण बैठो, तो जिन्ना तुहानूं दे दिंदे हैं, जे इत्थे कदे रहोगे तो दुखी होवोगे। ये बचन कहण तो जुलाहे ने जिन्ना मन पाउंदा सी पैसा गुरु साहब ने दवाता। गुरु अंगद साहब ने उस वक्त जुलाहा तो इत्थों चलिया गया, कूच कर गया। हुण भी सुनिया है कि जुलाहे जिहड़ी उहदी अंसले है, जे इत्थे एक बारी पाकिस्तान बन तो आया सी वो इत्थों का पानी ना पीओ। खडूर साहब के गुरु साहब ने सानूं इत्थों विदा किया होया है। इन्ना भय रखते हो जिहड़े लोग हैं उन्होंने अंश के जुलाहियां दी। इस प्रकार साध संगत जी गुरु महाराज साहब सच्चे पातशाह जुलाही भी राजी हो गई
ਤੇ ਜੁਲਾਹੇ ਨੂੰ ਪਦਾਰਥ ਦੇ ਕੇ ਵਿਦਿਆ ਕਰ ਦਿੱਤਾ ਇੱਥੋਂ ਕਿ ਇਹ ਸਾਡਾ ਸਥਾਨ ਹੈ, ਇਹ ਸਾਡੇ ਜੋਤੀ ਜੋਤ ਸਮਾਉਣ ਵਾਲਾ ਥਾਂ ਬਣੇਗਾ। ਇਹ ਬਚਨ ਮਹਾਰਾਜ ਸਾਹਿਬ ਨੇ ਕੀਤੇ। ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਸ ਵੇਲੇ ਸਾਰੀ ਸੰਗਤ ਦੇ ਵਿੱਚ ਸਣੇ ਕੇਸੀ ਇਸ਼ਨਾਨ ਕਰਵਾ ਕੇ ਉਹ ਜਿਹੜਾ 12 ਸਾਲ ਦਾ ਮੁਕਟ ਸੀ ਸਿਰ ਤੋਂ ਉਹ ਲੁਹਾ ਕੇ ਸੁੰਦਰ ਦਸਤਾਰ ਸਜਵਾਈ। ਉਸ ਵੇਲੇ ਦੇ ਕੇਸ ਉਖੜੇ ਹੋਏ। ਸਾਧ ਸੰਗਤ ਜੀ ਗੋਂਦਵਾਲ ਸਾਹਿਬ ਦਰਸ਼ਨ ਹੁੰਦੇ ਹੈ ਜਿਹੜੇ ਕੇਸ ਮਾਰੇ ਦੇ ਚਾਂਦੀ ਪੈ ਕੇ ਉਖੜ ਗਏ ਸਨ ਗਾਗਰ ਚੱਕਦੇ ਦੇ ਅੱਟਣ ਦੇ ਨਾਲ। ਇੰਨੀ ਭਾਰੀ ਸੇਵਾ ਸਤਿਗੁਰੂ ਮਹਾਰਾਜ ਸਾਹਿਬ ਨੇ ਕੀਤੀ। ਉਸ ਵਕਤ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਬਿਠਾ ਕੇ ਉਸ ਵਕਤ 1600 ਸਾਧ ਸੰਗਤ ਜੀ 9 ਸੰਮਤ ਸੀ, ਬਿਕਰਮੀ ਸੰਮਤ। ਗੁਰੂ ਮਹਾਰਾਜ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਨੂੰ ਸਮੇਂ ਕੇ ਇਸ਼ਨਾਨ ਕਰਾ ਕੇ ਸੁੰਦਰ ਨਵੇਂ ਵਸਤਰ ਪਹਿਨਾ ਕੇ ਆਪਣੇ ਸਿੰਘਾਸਣ ਤੇ ਬਿਠਾਇਆ। ਸਿੰਘਾਸਣ ਤੇ ਬਿਠਾ ਕੇ ਕਿਹਾ ਇਹ ਨਸਾਵਿਆਂ ਦੇ ਥਾਂ ਹੈ, ਇਹ ਨਤੇਰਿਆਂ ਦੀ ਧਿਰ ਹੈ, ਇਹ ਨਗਤਿਆਂ ਦੀ ਗੱਦ ਹੈ, ਇਹ ਨਪੱਤਿਆਂ ਦੇ ਪੱਤ ਹੈ, ਨਿਆਸਰਾਂ ਦੇ ਆਸਰਾ ਹੈ, ਨਿਗੁਰਿਆਂ ਦੇ ਗੁਰ ਹੈ। ਇਸ ਤਰ੍ਹਾਂ 12 ਵਰ ਦਿੱਤੇ ਸੱਚੇ ਪਾਤਸ਼ਾਹ ਜੀ। 12 ਵਰ ਦੇ ਕੇ ਗੁਰੂ ਸਾਹਿਬ ਜੀ ਨੇ ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਹਿਲਾਂ ਵੀ ਪਰਖ ਕੀਤੀ ਸੀ। ਆਪਣੇ ਪੁੱਤਰਾਂ ਦੀ ਪਰਖ ਕਰਨ ਵੇਲੇ ਇਹਨਾਂ ਦੋਹਾਂ ਸਾਹਿਬਜ਼ਾਦਿਆਂ ਨੂੰ ਪਰਖਿਆ ਸੀ। ਜਦੋਂ ਭਾਈ ਗੋਂਦਾ ਖੱਤਰੀ ਆਇਆ ਸੀ ਮਹਾਰਾਜ ਦੇ ਪਾਸ ਕਿ ਮਹਾਰਾਜ ਪ੍ਰੇਤ ਹੈ, ਮੇਰੇ ਝੂਠਾ ਨੇਮ ਹੋ ਗਿਆ ਸੀ, ਉਹ ਗੋਂਦਵਾਲ ਬਸਣ ਨਹੀਂ ਦਿੰਦੇ, ਕਿਰਪਾ ਕਰੋ ਉੱਥੇ ਆਪ ਜਿੰਨਾ ਮਨ ਪਾਉਂਦਾ ਸਥਾਨ ਲੈ ਲਓ ਤੇ ਉਹ ਪੁਰੀ ਨੂੰ ਬਸਾਓ। ਮਹਾਰਾਜ ਜੀ ਉਸ ਵਕਤ ਸਾਹਿਬਜ਼ਾਦਿਆਂ ਨੂੰ ਦਾਤੂ ਜੀ ਨੂੰ ਕਿਹਾ, ਦਾਸੂ ਨੂੰ ਕਿਹਾ। ਇਹਨਾਂ ਭੂਤ ਪ੍ਰੇਤ ਸੁਣੇ ਸੀ ਕਿ ਬਹੁਤ ਉੱਥੇ ਡੇਰਿਆਂ ਦੇ ਡੇਰੇ ਲੱਗੇ ਹੋਏ ਹੈ। ਕਹਿਣ ਲੱਗੇ ਜੀ ਅਸੀਂ ਸਾਡਾ ਪਿੰਡ ਖਡੂਰ ਹੈ, ਅਸੀਂ ਛੱਡ ਕੇ ਉੱਥੇ ਕਿਉਂ ਜਾਈਏ। ਕਿਉਂ ਸਾਹਿਬਜ਼ਾਦਿਆਂ ਨੇ ਆਗਿਆ ਨਹੀਂ ਸੀ ਮੰਨੀ। ਗੁਰੂ ਸਾਹਿਬ ਨੂੰ ਪਰਖ ਲਏ ਸੀ ਕਿ ਦੋਵੇਂ ਸਾਹਿਬਜ਼ਾਦੇ ਆਗਿਆਕਾਰ ਨਹੀਂ ਹੋਣਗੇ। ਉਸ ਵਕਤ ਗੁਰੂ ਅਮਰਦਾਸ ਸਾਹਿਬ ਨੂੰ ਆਗਿਆ ਦੇ ਕੇ ਭੇਜਿਆ ਸੀ। ਮਹਾਰਾਜ ਨੇ ਕਿਹਾ ਆਪ ਦੀ ਆਗਿਆ ਕੀ ਮਾਰੇ। ਕਹਿੰਦੇ ਸਾਡੀ ਹੱਥ ਦੀ ਛਿਟੀ ਲੈ ਜਾਓ, ਕੋਈ ਪ੍ਰੇਤ ਭੂਤ ਨਹੀਂ ਰਹੇਗਾ, ਜਿਸ ਤੁਸੀਂ ਛਿਟੀ ਫੇਰੋਗੇ ਸਭ ਇੱਥੋਂ ਚਲੇ ਜਾਣਗੇ। ਉਸ ਵੇਲੇ ਗੁਰੂ ਅਮਰਦਾਸ ਸਾਹਿਬ ਦੇ ਛਿਟੀ ਫੇਰਨ ਤੋਂ ਸਾਰਾ ਡੇਰਾ ਉੱਥੋਂ ਦਾ ਚੱਕਿਆ ਗਿਆ ਸੀ। ਕਿਉਂ ਗੋਂਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਨੂੰ ਵਸਾਇਆ ਸੀ। ਸਾਧ ਸੰਗਤ ਜੀ ਇਸ ਪ੍ਰਕਾਰ ਸਾਹਿਬਜ਼ਾਦਿਆਂ ਦੀ ਪਰਖ ਵੀ ਹੋਈ ਸੀ। ਸਾਧ ਸੰਗਤ ਜੀ ਫਿਰ ਸਤਿਗੁਰੂ ਅੰਗਦ ਸਾਹਿਬ ਜੀ ਨੂੰ ਉੱਠ ਕੇ ਖੜੇ ਹੋ ਗਏ। ਆਪ ਸੱਚੇ ਪਾਤਸ਼ਾਹ ਜੀ ਨੇ ਮੱਥਾ ਟੇਕਿਆ ਆਪਦੇ ਚਰਨਾਂ 'ਚ ਨਾਲੀਰ ਤੇ 5 ਪੈਸੇ ਗੁਰੂ ਨਾਨਕ ਸਾਹਿਬ ਨੂੰ ਜਿਵੇਂ ਗੁਰੂ ਅੰਗਦ ਸਾਹਿਬ ਨੂੰ ਮੱਥਾ ਟੇਕਿਆ ਸੀ ਗੁਜਾਈ ਦੇਣ ਵੇਲੇ ਕਰਤਾਰਪੁਰ। ਇਹ 5 ਪੈਸੇ ਤਾਂ ਜਿਹੜੇ ਮਾਇਆ ਭੇਟਾ ਕਰਤੀ ਸਾਰੀ ਦੁਨੀਆ ਦੀ ਇਹਦੀਆਂ ਸਿੱਧੀਆਂ ਤੇ ਨਲੇਰ ਸੀਸ ਭੇਟਾ ਕਰ ਦਿੱਤਾ ਮਹਾਰਾਜ ਜੀ ਨੇ। ਇਸ ਪ੍ਰਕਾਰ ਭੇਟ ਕਰਕੇ ਸੱਚੇ ਪਾਤਸ਼ਾਹ ਜੀ ਨੇ ਭਾਈ ਬੁੱਢੇ ਸਾਹਿਬ ਨੂੰ ਆਗਿਆ ਹੋਈ ਕਿ ਤੁਸੀਂ ਹੁਣ ਇਹਨਾਂ ਦੇ ਤਿਲਕ ਕੱਢੋ। ਉਸ ਵੇਲੇ ਭਾਈ ਬੁੱਢਾ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਦੇ ਮੱਥੇ ਤਿਲਕ ਕੱਢਿਆ। ਗੁਰਤਾ ਗੱਦੀਆਂ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਕਿਉਂ ਦਾਦੇ ਦੇ ਵਿਆਹ ਪੋਤਾ ਪ੍ਰਵਾਨ। ਇਸ ਤਰ੍ਹਾਂ ਪ੍ਰਕਾਰ ਸੱਚੇ ਪਾਤਸ਼ਾਹ ਗੁਰੂ ਨਾਨਕ ਪਿਤਾ ਰੂਪ ਗੁਰੂ ਅੰਗਦ ਸਾਹਿਬ ਦੇ ਤੇ ਗੁਰੂ ਅੰਗਦ ਸਾਹਿਬ ਜੀ ਪਿਤਾ ਰੂਪ ਗੁਰੂ ਅਮਰਦਾਸ ਸਾਹਿਬ ਦੇ। ਕਿਉਂ ਦਾਦਾ ਰੂਪ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਜੀ ਤੇ ਪਿਤਾ ਰੂਪ ਗੁਰੂ ਅੰਗਦ ਸਾਹਿਬ ਜੀ ਤੇ ਪੋਤਰੇ ਰੂਪ ਗੁਰੂ ਅਮਰਦਾਸ ਸਾਹਿਬ ਜੀ। ਜੋ ਤੋਹਾ ਜੁਗਤ ਸਾਇ ਸਹਿ ਕਾਇਆ ਫਿਰ ਪਲਟੀ ਹੈ। ਕਿਉਂ ਤੀਜੇ ਸਰੂਪ ਵਿੱਚ ਗੁਰੂ ਬੈਠਾ ਅਮਰ ਸਰੂਪ ਹੋਏ। ਇਸ ਪ੍ਰਕਾਰ ਦਿੱਤਾ ਛੱਡ ਖਡੂਰ ਦਾ ਵਸਣਾ ਛੱਡ ਕੇ ਇਸ ਪ੍ਰਕਾਰ ਸੱਚੇ ਪਾਤਸ਼ਾਹ ਗੋਂਦਵਾਲ ਸਾਹਿਬ ਵਿੱਚ ਬੈਠ ਕੇ ਜੋਤ ਦੀ ਗਵਨਾ ਕੀਤੀ। ਗੁਰੂ ਮਹਾਰਾਜ ਸਾਹਿਬ ਗੁਰੂ ਅਮਰਦਾਸ ਸਾਹਿਬ ਨੂੰ ਗੁਰਿਆਈ ਗੱਦੀ 22 ਸਾਲ ਕੀਤੀ ਹੈ। 22 ਸਾਲ 'ਚ ਬੌਲੀ ਸਾਹਿਬ ਦਾ ਰਚਨਾ ਮਹਾਰਾਜ ਦਾ ਅਤੇ ਸੱਚੇ ਪਾਤਸ਼ਾਹ ਦਾ ਬੜੇ ਬੜੇ ਪ੍ਰੇਮੇ ਵਰਗੇ ਕੁਸ਼ਤੀਆਂ ਦਾ ਉਧਾਰ ਕਰਨਾ ਆਪਦੇ ਚਰਨਾਂ ਦੇ ਇਸ਼ਨਾਨ ਵਾਲੇ ਜਲ ਦੇ ਨਾਲ ਕੋੜੀਆਂ ਦੇ ਕੋੜ ਮੇਟ ਦੇਣੇ। ਸੱਚੇ ਸੱਚ ਵਰਗੇ ਮਸਤਾਨਿਆਂ ਨੂੰ ਰਾਣੀਆਂ ਨੂੰ ਪੜਦੇ ਕਰਕੇ ਜਦੋਂ ਆਉਣਾ ਉਹ ਕਮਲੀਆਂ ਹੋ ਜਾਣਾ ਤੇ ਫਿਰ ਉਹਨੂੰ ਆਪਦੀ ਖੜਾਉਣ ਨਾਲ ਰਾਜੀ ਕਰਕੇ ਸੱਚੇ ਪਾਤਸ਼ਾਹ ਨੇ ਸੱਚੇ ਸਾਈ ਦੇ ਨਾਲ ਸ਼ਾਦੀ ਕਰ ਦੇਣੀ। ਇਹ ਬੇਅੰਤ ਗੁਰੂ ਸਾਹਿਬ ਜੀ ਨੇ ਪਰਉਪਕਾਰ ਕੀਤੇ ਜਿਨ੍ਹਾਂ ਨੂੰ ਕੋਈ ਨਾ ਜਾਣੇ ਕੋਈ ਨਾ ਮਾਨੇ। ਸੇ ਪ੍ਰਗਟ ਹਰਦੁਆਰੇ ਜਿਨ੍ਹਾਂ ਨੂੰ ਕੋਈ ਵੀ ਨਹੀਂ ਸੀ ਜਾਣਦਾ ਕੋਈ ਵੀ ਨਹੀਂ ਸੀ ਮੰਨਦਾ ਉਹ ਦੁਨੀਆ 'ਚ ਪ੍ਰਗਟ ਕਰਕੇ ਸੂਰਜ ਦੀਆਂ ਚਮਕਾਤੇ। ਅਕਬਰ ਦੀਆਂ ਜੇ 22 ਮੰਨੀਆਂ ਸੀ 22 ਸਿੱਖਾਂ ਨੂੰ ਬਖਸ਼ਤੀਆਂ 72 ਪੀੜੇ ਮਾਈਆਂ ਨੂੰ ਦੇ ਕੇ ਪ੍ਰਚਾਰ ਕਰਾਇਆ। ਤੇ ਉਹ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਬੜਾ ਭਾਰੀ ਸੰਸਾਰ ਦੇ ਅੰਦਰ ਸਤਨਾਮ ਦਾ ਝੰਡਾ ਚਲਾਇਆ। ਗੁਰੂ ਅਮਰਦਾਸ ਸਾਹਿਬ ਨੇ ਇੱਕੋ ਹੀ ਪੰਗਤ ਕਰਕੇ ਸਾਰਿਆਂ ਦੇ ਤਾਈਂ ਅੰਮ੍ਰਿਤ ਨਾਮ ਦੀ ਦਾਤ ਦਿੱਤੀ ਤੇ ਬਖਸ਼ਿਸ਼ ਕੀਤੀ। ਇਸ ਪ੍ਰਕਾਰ ਸੱਚੇ ਪਾਤਸ਼ਾਹ ਗੋਂਦਵਾਲ ਸਾਹਿਬ ਵਿੱਚ ਬੈਠ ਕੇ ਜੋਤ ਦੀ ਗਵਨਾ ਕੀਤੀ।